ਨੈਕਸਟ ਆਪਣਾ ਟੌਪਿਕ ਦਾ ਨੇਮ ਕੀ ਸੀਗਾ? ਕੰਪਾਊਂਡ ਮਾਈਕਰੋਸਕੋਪ। ਟੌਪਿਕ ਦਾ ਨੇਮ ਸੀ ਕੰਪਾਊਂਡ ਮਾਈਕਰੋਸਕੋਪ। ਇਹਦੇ ਲਈ ਕੰਪਾਊਂਡ ਮਾਈਕਰੋਸਕੋਪ ਲਈ ਪਹਿਲਾਂ ਕੀ ਪੁਆਇੰਟਸ ਦੇਖ ਲਓ। ਕਰਨਾ ਕੀ ਹੈ ਇਹਦੇ ਵਿੱਚ? ਸਭ ਤੋਂ ਪਹਿਲਾਂ ਤਾਂ ਕੀ ਪੁਆਇੰਟਸ ਦੇਖੋਗੇ। ਹੁਣ ਕੀ ਪੁਆਇੰਟਸ ਦੇ ਵਿੱਚ ਤੁਸੀਂ ਆਹ ਦੇਖਣਾ ਹੈ ਕਿ ਇਹ 'ਚ ਕਰਨਾ ਕੀ ਆਪਾਂ। ਇਹਦੇ ਵਿੱਚ ਇੱਕ ਲੈਂਸ ਹੋਊਗਾ ਜਿਹੜਾ ਤਾਂ ਆਬਜੈਕਟ ਕੋਲ ਪਿਆ ਹੋਊਗਾ, ਉਸ ਲੈਂਸ ਨੂੰ ਆਪਾਂ ਬੋਲਦੇ ਹਾਂ ਇਹਦੇ ਵਿੱਚ ਆਬਜੈਕਟਿਵ ਲੈਂਸ। ਕਿਹੜਾ ਲੈਂਸ ਬੋਲਦੇ ਆ? ਆਬਜੈਕਟਿਵ ਲੈਂਸ। ਜਿਹੜਾ ਆਪਣੀ ਅੱਖ ਕੋਲ ਪਿਆ ਹੋਊਗਾ ਉਹਨੂੰ ਬੋਲ ਦਿੰਦੇ ਆ ਆਈ ਪੀਸ। ਕੀ ਬੋਲ ਦਿੰਦੇ ਆਪਾਂ ਉਹਨੂੰ? ਆਈ ਪੀਸ। ਜਿਹੜਾ ਤਾਂ ਆਪਣੇ ਆਬਜੈਕਟ ਪਿਆ ਆਬਜੈਕਟ ਲੈਂਸ ਪਿਆ ਆਬਜੈਕਟ ਕੋਲ ਆਬਜੈਕਟਿਵ ਲੈਂਸ, ਜਿਹੜਾ ਆਈ ਕੋਲ ਪਿਆ ਆਈ ਪੀਸ। ਠੀਕ ਹੈ। ਆ ਛੋਟਾ ਲੈਂਸ ਹੁੰਦਾ ਸ਼ਾਰਟ ਲੈਂਸ, ਸਮਾਲ ਲੈਂਸ। ਠੀਕ ਹੈ। ਤਾਂ ਇਹਦੀ ਫੋਕਲ ਲੈਂਥ ਵੀ ਕੀ ਹੁੰਦੀ ਹੈ? ਫੋਕਲ ਲੈਂਥ ਵੀ ਇਸ ਲੈਂਸ ਦੀ ਕੀ ਹੁੰਦੀ ਹੈ? ਸਮਾਲ ਹੁੰਦੀ ਹੈ। ਚਲੋ ਵੀ ਆ ਹੁੰਦਾ ਥੋੜਾ ਵੱਡਾ ਲੈਂਸ, ਬਿਗ ਲੈਂਸ। ਠੀਕ ਹੈ। ਤਾਂ ਇਹਦੀ ਫੋਕਲ ਲੈਂਥ ਕੀ ਹੋਊਗੀ? ਲਾਰਜ ਹੋਊਗੀ। ਇਹਦੀ ਫੋਕਲ ਲੈਂਥ ਕੀ ਹੋਊਗੀ? ਲਾਰਜ। ਇਹਦੇ ਲਈ ਆਪਾਂ ਆਬਜੈਕਟ ਰੱਖਣਾ ਹੈ ਬਿਟਵੀਨ f ਐਂਡ 2f। ਇਹਦੇ ਲਈ ਆਬਜੈਕਟ ਰੱਖਣਾ ਆਪਾਂ ਬਿਟਵੀਨ f ਐਂਡ 2f। ਠੀਕ ਹੈ। ਤੇ ਇਹਦੇ ਲਈ ਆਬਜੈਕਟ ਤੇ ਇਹਦੀ ਇਮੇਜ ਕਿੱਥੇ ਬਣੂਗੀ? f ਐਂਡ 2f ਦੇ ਵਿੱਚ ਬਿਯੋਂਡ 2f ਬਣੂਗੀ। ਕੀ ਬਣੂਗੀ? ਬਿਯੋਂਡ 2f। ਠੀਕ ਹੈ। ਇਹਦੇ ਲਈ ਆਬਜੈਕਟ ਕੀ ਹੋਊਗਾ? ਬਿਟਵੀਨ ਜੋ ਇਹਦੀ ਇਮੇਜ ਬਣੀ ਸੀ ਉਹ ਇਹਦੀ ਆਬਜੈਕਟ ਬਣ ਜਾਣੀ ਹੈ ਬਿਟਵੀਨ f ਐਂਡ c। ਠੀਕ ਹੈ। ਇਹਦੀ ਇਮੇਜ ਡਿਸਟੈਂਟ ਨੀਅਰ ਪੁਆਇੰਟ ਤੇ ਬਣ ਜਾਊਗੀ ਵਰਚੁਅਲ। ਆ ਇਹਦੇ ਮੇਨ ਕੀ ਪੁਆਇੰਟਸ ਨੇ ਜਿਹੜੇ ਯਾਦ ਹੋ ਗਏ ਤਾਂ ਮਤਲਬ ਕੰਪਾਊਂਡ ਮਾਈਕਰੋਸਕੋਪ ਹੋ ਗਿਆ। ਦੇਖੋ ਇਹਦੇ ਨੋਰਮਲ ਪਹਿਲਾ ਕੀ ਪੁਆਇੰਟਸ। ਆਬਜੈਕਟਿਵ ਲੈਂਸ, ਸਮਾਲ ਲੈਂਸ, ਸਮਾਲ ਫੋਕਲ ਲੈਂਥ, ਆਬਜੈਕਟ ਕਿੱਥੇ ਪਿਆ? f ਐਂਡ 2f ਦੇ ਵਿੱਚ, ਇਮੇਜ ਬਿਯੋਂਡ 2f। ਕਿ ਇਹਦਾ ਕੀ ਪੁਆਇੰਟ ਆਈ ਪੀਸ ਆ ਕਿ ਇਹਦੇ ਆਈ ਦੇ ਨੇੜੇ ਪਿਆ, ਬਿਗ ਲੈਂਸ ਹੈ, ਫੋਕਲ ਲੈਂਥ ਲਾਰਜ ਹੈ, ਆਬਜੈਕਟ f ਐਂਡ c ਦੇ ਵਿੱਚ ਬਣ, ਕਿਉਂਕਿ ਆਹ ਇਮੇਜ ਹੈ ਨਾ ਜਿਹੜੀ ਆਹ ਇਹਦੀ ਆਬਜੈਕਟ ਬਣ ਜਾਂਦੀ ਹੈ। ਠੀਕ ਹੈ। ਤਾਂ ਕਿਹੜੀ ਇਮੇਜ ਬਣਾ ਦਿੰਦਾ? ਵਰਚੁਅਲ ਇਮੇਜ ਬਣਾ ਦਿੰਦਾ ਨੀਅਰ ਪੁਆਇੰਟ ਤੇ, ਮਤਲਬ d ਤੇ। ਦੇਖੋ ਸਰ ਆਹ ਕੀ ਪੁਆਇੰਟਸ ਪਹਿਲਾਂ ਲੱਗੇ ਪਤਾ, ਫਿਰ ਅੱਗੇ ਕਰਾਂਗੇ ਆਪਾਂ। ਸਜਲ ਸਕਰੀਨ ਦੇਖੋ ਕਲੀਅਰ ਹੈ ਪਹਿਲਾਂ? ਹਰਸ਼ ਸਕਰੀਨ ਦੇ ਕਲੀਅਰ ਹੈ ਤੈਨੂੰ? ਚਲੋ ਹੁਣ ਆਪਾਂ ਇਹਦੀ ਬਣਾਈਏ ਡਾਇਗਰਾਮ। ਹੁਣ ਡਾਇਗਰਾਮ ਦੇਖਿਓ ਇਹਦੀ। ਛੋਟਾ ਲੈਂਸ ਬਣਾਉਣਾ ਆਪਾਂ ਪਹਿਲਾਂ ਤਾਂ। ठीक है। प्रिंसिपल एक्सिस बनाती। आया हो गया फोकस, इधर 2f, f ते 2f। ठीक है। इधर भी होगा फोकस f डैश 2f डैश, चाहे इनू f रहन दो, इनू f डैश 2f डैश। पहले तो तुसी की बनाना देखो इधर ऑब्जेक्ट वाला ही बनाना तुसी। ठीक है। हुण ऑब्जेक्ट किधर रखना सी आपां? बिटवीन f एंड 2f। लो भी ऑब्जेक्ट रखता बिटवीन f एंड 2f। गई। लो भी पहली रे कित्थों निकलती होंदी है? फोकस चो। फोकस चो निकल गई। सैकेंड रे कित्थों जाती होंदी है? ऑप्टिकल सेंटर चो। आ बन गया। ठीक है। हुण आ बन गई इमेज। की बन गई? हाँ इमेज बन गई। हुण पहले ना आपां अगली डायग्राम नहीं बनानी, पहले इहनूं ही कंप्लीट करना है। इहनूं आपां बोलदे हुंदे आ ऑब्जेक्ट डिस्टेंस। की बोलदे आपां इहनूं? ऑब्जेक्ट डिस्टेंस। इहनूं कह दोगे UO। की कह दोगे पता? UO। ओ क्यों पाया? क्योंकि ऑब्जेक्टिव लेंस है। केड़ा लेंस है? ऑब्जेक्टिव लेंस आ। दिस इज ऑब्जेक्टिव लेंस। क्लीयर हुई आ चीज? हुण ध्यान नाल देखो इमेज अपनी बन चुकी है ते इमेज डिस्टेंस नूं की बोलदे हुंदे आ आपां सब नूं पता ही है। इमेज डिस्टेंस नूं की बोलदे आपां? उरे तक इमेज डिस्टेंस है, इहनूं बोल देंगे VO। की बोल देंगे? VO। आ अपनी इमेज बन गई। जे ऑब्जेक्ट AB सीगा ते इमेज की होगी पुत्र? सोच के दस्यो।
ऑब्जेक्ट ए बी है तो इमेज की होगी सजल बी डैश ए डैश, उल्टी बनोगी बी डैश ए डैश। चलो भी हुण अपना काम है दूसरा लेंस बनाना। हुण मैं इधर दूसरा लेंस बनाऊंगा, वो बड़ा बनाना है, थोड़ा जिहा ना वो करो। लो भी हुण दूसरा लेंस बनाता आपां, इनू बोलते हैं आपां आई पीस। ठीक है, की बोलते हैं आई पीस। हुण ध्यान नाल देखियो, ਇਹਦਾ फोकस आ रहा एफ ई कहता है, ये फोकस ਨੂੰ ਕੀ कहता ਆਪਾਂ एफ ई याद रखना है। इतों एक लाइट रे ऑफ लाइट गई, ठीक है, इधर भी ਇਹਦਾ फोकस है तो कितों निकल जूगी, फोकस निकल गई। सेम पॉइंट तो कितों जाती होंगी है, सेंटर ऑफ कर्वेचर चो। लो भी हुण आ किते पिछे मीट कर देंगे, पता कितने मीट कर देंगे, पिछे आ जाओ, इन्होंने कर लिया अगे पिछे एक्सटेंड कर लो। कितने मीट होर अगे एक्सटेंड कर लो। आ जाओ भी, आ बन गई इमेज। ये की है, ਨੀਅਰ ਪੁਆਇੰਟ ਤੇ ਬਣੀ ਹੈ ਤਾਂ ਇਹਨੂੰ ਆਪਾਂ ਬੋਲਦੇ ਹਾਂ ਲੀਸਟ ਡਿਸਟੈਂਸ ਡੀ ਬੋਲ ਦਿੰਦੇ ਹਾਂ। ਠੀਕ ਹੈ, ਹੁਣ ਦੇਖੋ ਧਿਆਨ ਨਾਲ, ਆ ਇਮੇਜ ਬਣ ਗਈ। ਇਮੇਜ ਨੂੰ ਆਪਾਂ ਕੀ ਬੋਲ ਦਾਂਗੇ, ਏ ਡਬਲ ਡੈਸ਼ ਬੀ ਡਬਲ ਡੈਸ਼। ਇਮੇਜ ਨੂੰ ਕੀ ਬੋਲ ਦੋਗੇ, ਏ ਡਬਲ ਡੈਸ਼ ਬੀ ਡਬਲ ਡੈਸ਼। ਦੇਖੋ ਵੀ ਆ ਸਾਰੀ ਡਾਇਗਰਾਮ ਦੇਖ ਲਓ, ਪਤਾ ਲੱਗ ਗਿਆ। ਹੁਣ ਇੱਕ ਚੀਜ਼ ਸਟੈਪ ਹੋਰ ਕਰ ਲਓ, ਇੱਧਰ ਇੱਥੇ ਐਵੇਂ ਪਰਪੈਂਡੀਕੂਲਰ ਇੰਨਾ ਕਿ ਡਰਾ ਕਰ ਲਓ, ਆ ਵੀ ਜੇ ਆ ਆਬਜੈਕਟ ਹੈ ਤਾਂ ਆ ਵੀ ਆਬਜੈਕਟ ਹੋਊਗਾ। ਇਹਨੂੰ ਏ ਡੈਸ਼ ਪੁਆਇੰਟ ਦਾ ਨਾਮ ਦਿੱਤਾ। लो भी हुण इस तो बाद आपां एंगल्स भी देखने होंगे, कि देखने होंगे आपां एंगल्स। ਉਹਦੇ लिए की करांगे, ਇਹਨੂੰ पहले मीट करो। आ हो गया एंगल अल्फा, ਕਿਹੜਾ एंगल हो गया अल्फा। ਜਿਹੜਾ आई ऑब्जेक्ट आई ਦੇ ਨਾਲ ਬਣਾਉਂਦਾ ਉਹਨੂੰ बोल ਦਿੰਦੇ ਆਪਾਂ अल्फा एंगल, ਜਿਹੜਾ एंगल बोल ਦਿੰਦੇ ਆ अल्फा। ठीक है, ਜਿਹੜਾ इमेज ਬਣਾਉਂਦਾ ਉਹਨੂੰ ਕੀ बोल ਦਿੰਦੇ ਆਪਾਂ, ਆ ਸਾਰਾ एंगल हो गया बीटा। आह डायग्राम है कंपाउंड माइक्रोस्कोप की, ध्यान नाल देख लो, कोई पॉइंट जे नहीं लग्या पता। सारी डायग्राम ध्यान नाल देखो की होया होया। एक मिनट ले लो, डायग्राम नू कंप्लीट ध्यान नाल देखो। देखो आ केड़ा लेंस सीगा, ऑब्जेक्टिव लेंस। ठीक है, आ केड़ा सीगा आई पीस। ਇਹਦੇ ਬਿਟਵੀਨ f ਤੇ 2f ਰੱਖੀ, ਪਹਿਲੀ ਰੇ ਫੋਕਸ ਚੋਂ, ਦੂਜੀ ਸੈਂਟਰ ਕਰਵੇਚਰ ਤੋਂ, ਇੱਥੇ ਇਮੇਜ ਬਣ ਗਈ। ਹੁਣ ਰੱਖਦਾ ਦੂਜਾ ਲੈਂਸ। ਠੀਕ ਹੈ, ਉਹਦੇ ਲਈ ਆਹ ਕੀ ਬਣ ਗਿਆ, ਆਬਜੈਕਟ ਬਣ ਗਈ। ਤੁਹਾਨੂੰ ਕੀ ਕਿਹਾ ਸੀ, ਆਹ ਇਮੇਜ ਇਹਦੇ ਲਈ ਕੀ ਹੋਗੀ, ਆਬਜੈਕਟ ਹੋਊਗੀ। ਠੀਕ ਹੈ, ਆ ਦੂਜੇ ਲੈਂਸ ਦਾ ਫੋਕਲ ਲੈਂਥ ਫੋਕਸ ਹੈ, ਧਿਆਨ ਰੱਖਿਓ ਮੈਂ E ਪਾਇਆ। ਠੀਕ ਹੈ, ਪਹਿਲੀ ਰੇ ਗਈ ਫੋਕਸ ਚੋਂ ਨਿਕਲ ਗਈ, ਦੂਜੀ ਰੇ ਆਪਟੀਕਲ ਸੈਂਟਰ ਸਿੱਧੀ ਚਲ ਗਈ, ਇਹਨੂੰ ਪਿੱਛੇ ਮੀਟ ਕਰਾ ਲਿਆ ਪਤਾ ਆਪਾਂ ਕਿਤੇ, ਆਹ ਬਣ ਗਈ ਇਮੇਜ। ठीक है, सारे पॉइंट्स ਨੂੰ मैं नाम देता, ध्यान नाल देख लो। किताशु जो कि प्रॉब्लम पूछो नहीं, डायग्राम देख लो सारी, क्योंकि विदाउट डायग्राम होना नहीं। आह लग गया पता। हर्ष लक्ष्मी ਨੂੰ फोन कर ला जरा। चलो भी ਹੁਣ ਆ डायग्राम कंप्लीट होगी, मैं रेज नहीं करनी हैगी। ठीक है, डायग्राम ਤਾਂ ਆਪਾਂ ਕਰ ਲਈ। ਹੁਣ ਆਪਣਾ ਕੰਮ ਕੀ ਹੁੰਦਾ, एंगुलर मैग्नीफिकेशन फाइंड करना, या मैग्नीफाइंग पावर, जिन्हों आप की बोल देंगे मैग्नीफाइंग पावर भी बोल देंगे, या फिर एंगुलर मैग्नीफिकेशन। मैं इधर ही कर रही हैं, रेस कर नहीं सकता। एंगुलर मैग्नीफिकेशन की होंगी सी, एंगुलर मैग्नीफिकेशन मैं सिंपल माइक्रोस्कोप भी दसी सी। इट इज द रेशो ऑफ एंगल मेड बाय इमेज एंड एंगल मेड बाय ऑब्जेक्ट, बीटा अपॉन अल्फा। तो थोड़ा पता है आ भी दसिया जी, 4 स्मॉल एंगल्स टैन थीटा कि अप्रोक्सीमेटली इक्वल होंगे थीटा दे, तो फिर इन्हों किवें लिख सकते आप मैग्नीफाइंग पावर नूं, टैन बीटा अपॉन टैन अल्फा, टैन बीटा अपॉन टैन अल्फा।
देखो आ स्टेप पता लग गया किताशु, सजल, हर्ष, आ दोनों स्टेप पता लग गए। चलो ਹੁਣ ਆਪਣਾ ਕੰਮ ਹੈ tan ਬੀਟਾ ਤੇ tan ਅਲਫਾ ਦੀ ਵੈਲਿਊਜ਼ ਦੇਖਣਾ ਪੁੱਤਰ, tan ਬੀਟਾ ਤੇ tan ਅਲਫਾ ਦੀ। ਪਹਿਲਾਂ ਆਪਾਂ tan ਬੀਟਾ ਦੀ ਦੇਖ ਲਈਏ। ਆ ਲੋ ਵੱਡੀ ਟ੍ਰਾਇੰਗਲ ਹੈ, tan ਬੀਟਾ ਲਈ ਆ ਵੱਡੀ ਟ੍ਰਾਇੰਗਲ ਹੋਊਗੀ। ਚਲੋ ਫਿਰ ਆ ਜਾਓ ਫਿਰ ਇੱਧਰ। ਹੁਣ ਮੈਨੂੰ ਸੋਚ ਕੇ ਦੱਸਿਓ tan ਬੀਟਾ ਦੀ ਵੈਲਿਊ ਕੀ ਹੋਊਗੀ ਕਿਤਾਸ਼ੂ। ਆ ਵੱਡੀ ਟ੍ਰਾਇੰਗਲ ਦੇ ਵਿੱਚ tan ਬੀਟਾ ਦੱਸੀ ਕੀ ਹੋਊਗਾ, ਪਰਪੈਂਡੀਕੂਲਰ ਬੇਸ ਹੁੰਦਾ ਜਲਦੀ, perpendicular over base 90 ਦੇ ਸਾਹਮਣੇ ਹਾਈਪੋਟੇਨਸ, perpendicular ਕਿੰਨਾ ਹੈ ਸੋਚ ਲਓ ਇੱਕ ਵਾਰ ਫਿਰ। ਮੈਨੂੰ tan ਬੀਟਾ ਦੀ ਵੈਲਿਊ ਚਾਹੀਦੀ ਹੈ, perpendicular over base ਐਂਗਲ ਦੇ ਸਾਹਮਣੇ ਹੁੰਦਾ ਹੈ perpendicular। ਆ ਐਂਗਲ ਹੈ ਨਾ, ਇਹ ਸਾਹਮਣੇ perpendicular, मतलब perpendicular कितना है a डैश b डैश, नहीं 2 मिनट, ठीक है ये मेरे लो a डैश b a डबल डैश b डबल डैश। चलो ते बेस कितना है आ पूरा, ये पूरे की वैल्यू कितनी है d, लो भी आ गया। हूँ सिमिलरली tan अल्फा देखो, हूँ उपरला ट्रायंगल देखो इन्ना क देखो यार परपेंडिकुलर की है एंगल के सामने परपेंडिकुलर, मतलब की हो गया इनू बोल दो a1 b डबल डैश, बेस कितना आई है d, लो भी d ना d कैंसिल हो गए, मैग्नीफाइंग पावर कितनी आ गई a डबल डैश b डबल डैश अपॉन a1 b डैश। देखो आ चीज लगी पता, डायग्राम ध्यान नाल देख लो, आ चीज क्लीयर हुई। की किया मैंने पहला, मैं ट्रायंगल्स दसन लगे हैं, ट्रायंगल देखो किहड़े किहड़े लते हैं। पहला तो आह ट्रायंगल लता है, किहड़ा ट्रायंगल इधर लिखन लगे हैं। एक ट्रायंगल मैं लिता सीगा, इहनूं तुसीं बोल दिंदे सी कहंदे हो। एक ट्रायंगल मैं लिया है ए डैश ए डबल डैश बी डबल डैश सी, ਇਹਦੇ ਵਿੱਚ ਵੈਲਿਊ ਕੱਢੀ ਹੈ ਇਹਦੀ मतलब tan अल्फा ਦੀ। दूजा ट्रायंगल मैं लिया है a1 b डबल डैश c, और tan बीटा की वैल्यू कड्डी है। देखो आ स्टैप पता लगे, ध्यान नाल देखो की कीता मैं उरे, दोनों की वैल्यूज ट्रायंगल ले ली, ट्रायंगल मैं दसते किहड़े किहड़े लेते हैं, तो दोनों ने tan अल्फा दे tan बीटा की वैल्यूज पुट करती उस ते आंसर बन गया। हर्ष देख किताशु लग गया पता। चलो भी हुण अपने को आंसर मैं रेस करन लग गया, आंसर लिखन लग गया मैं इत्थे। आंसर तुहाडे कोल बनिया है मैग्नीफाइंग पावर इज इक्वल टू a डबल डैश b डबल डैश अपॉन a1 b डबल डैश। ਹੁਣ ਧਿਆਨ ਨਾਲ ਦੇਖਿਓ ਆਹ ਕਿਹਦੇ ਇਕੁਅਲ ਹੈ, ਆਬਜੈਕਟ ਦੇ ਇਕੁਅਲ ਹੈ। ਆਬਜੈਕਟ ਕਿੰਨਾ ਹੈ AB ਹੈ, ਆਬਜੈਕਟ ਆਪਣਾ ਕਿੰਨਾ ਹੈ AB, ਤਾਂ ਫਿਰ ਉਹਨੇ ਕੀ ਲਿਖੋਗੇ a डबल डैश b डबल डैश अपॉन AB, अपॉन की लिखता है AB। लो भी आ स्टेप पता लग गया, मैं इस चीज ਨੂੰ AB लिख सकता है क्योंकि आ ऑब्जेक्ट ते आ दोनों इक्वल ने, ठीक है। डायग्राम में देखो आ चीज ते आ चीज दोनों इक्वल ने, तो ਇਹਦੀ जगह मैं AB लिख सकता है। देखो भी आ स्टेप सबको समझ आ गया। देखो सजल हर्ष, चलो भी हुण अगला स्टेप देखियो, अगले च मैं की करूँगा। आ अपने को आंसर बन गया। हुण इच ए करियो ए डैश बी डैश नाल मल्टीप्लाई भी करो, ए डैश बी डैश नाल डिवाइड भी करो, करता। ਇਹਦੇ ਥੱਲੇ ਇਹਨੂੰ ਰੱਖ ਲਓ, ਇਹਦੇ ਥੱਲੇ ਇਹਨੂੰ ਰੱਖ ਲਓ, ਆਪਾਂ ਇਹਨੂੰ ਇਹ ਵੀ ਲਿਖ ਸਕਦੇ ਹਾਂ अपॉन a डैश b डैश इंटू a डैश b डैश अपॉन ए बी। देखो भी ध्यान नाल आज इन्हें इस तरह लिख सकते हैं आप। देखो किताशु लिख सकते हैं
चलो भी आ चीज़ बन गई। हुण मैं सारा इरेज करन लग गया। आ याद रखो की बने की अपने को सारी डायग्राम मैं इरेज करन लग गया। हुण स्क्रीनशॉट ले लो, वैसे रिकॉर्डिंग मैं कर ली। अपने कोल आंसर बनया है आह मैग्नीफाइंग पावर इज इक्वल टू अपॉन इनटू अपॉन आ देखो आ इमेज है, आ ऑब्जेक्ट है। मतलब कि ਇਹਨੂੰ ਤੁਸੀਂ ਲਿਖ ਸਕਦੇ ਹੋ ਆ ਹੈਗੀ ਆ ਮੈਗਨੀਫਿਕੇਸ਼ਨ ਪਾਵਰ ਆਫ ਕਿਹਦੀ ਕਹੋਗੇ ਇਨਟੂ ਮੈਗਨੀਫਿਕੇਸ਼ਨ ਪਾਵਰ ਆਫ ਕਿਹਦੀ ਕਹੋਗੇ। ਆਹ ਕਿਹਦੀ ਇਮੇਜ ਸੀਗੀ ਜੇ ਆਈ ਲੈਂਸ 'ਚ ਬਣਾਈ ਸੀ, ਆਬਜੈਕਟ ਸੀਗਾ ਆਈ ਉਹਦਾ, ਠੀਕ ਹੈ। ਇਹਦੇ ਵਿੱਚ ਈ ਪਾਤਾ। ਆ ਕਿਹਦਾ ਸੀਗਾ ਓ, ਲੋ ਵੀ। ਆ ਬਣ ਗਿਆ ਆਨਸਰ ਪੁੱਤਰ। मैग्निफिकेशन पावर किया, मैग्निफिकेशन पावर ऑफ आई पीस, मैग्निफिकेशन पावर ऑफ ऑब्जेक्टिव लेंस। देखो आ चीज लगी पता। फिर अगे करिए, फिर आप आगे करिए। किताशु लग गया पता। सजल हम नेक्स्ट स्टेप देखो। ਆਪਾਂ ਨੂੰ ਨਾ ਆ ਦੋਨਾਂ ਦੀ ਵੈਲਿਊਜ਼ ਚਾਹੀਦੀਆਂ ਨੇ। ਪਹਿਲਾਂ ਤਾਂ ਆਪਾਂ MO ਕੱਢਾਂਗੇ। ਮੈਗਨੀਫਿਕੇਸ਼ਨ ਕੀ ਹੁੰਦਾ ਹੈ V/U ਹੈ ਨਾ। ਪੈਰ ਚ ਪਾਓ O, ਪੈਰ ਚ ਪਾਓ O। ਆਬਜੈਕਟ ਇਹਦਾ ਨੈਗੇਟਿਵ ਹੈ, ਆ ਡਿਸਟੈਂਸ ਪੋਜ਼ਿਟਿਵ ਹੈ ਕਿਉਂਕਿ ਲਾਈਟ ਇੱਧਰ ਨੂੰ ਜਾਂਦੀ ਸੀ, ਇਮੇਜ ਵੀ ਉੱਧਰ ਹੀ ਬਣੀ ਹੈ। ਤਾਂ ਫਿਰ ਆ ਆਪਣੇ ਕੋਲ ਵੈਲਿਊ ਆ ਗਈ। ਕਿਹਦੀ ਵੈਲਿਊ ਆ ਗਈ ਮੈਗਨੀਫਿਕੇਸ਼ਨ ਆਫ ਆਬਜੈਕਟਿਵ ਲੈਂਸ। ਲੋ ਵੀ ਆ ਵੀ ਪਤਾ ਕਰ ਲਈ। ਹੁਣ ਮੈਨੂੰ ਹੋਰ ਕੀ ਚਾਹੀਦਾ ME ਚਾਹੀਦਾ ਪੁੱਤਰ। ME ਇਹਦੀ ਵੈਲਿਊ ਦੱਸੋ ਕਿਵੇਂ ਨਿਕਲੂਗੀ। आई पीस की वैल्यू मैग्नीफिकेशन की किमें निकलूगी। ये वैल्यू आप पिछले वाले करके आए हुए हैं सिंपल वाले च। याद है हाँ कड्डी सी कल परसों करी सी आप पिछले लैक्चर दे विच। सजल किताशु 1+D/FE कितनी सी 1+D/FE सिंपल माइक्रोस्कोप दे विच। एक आ मैग्नीफिकेशन निकली सी है ना, क्योंकि आई पीस बड़ा है तो ओदी आ वाली हो। 2 मिनट आ हिल गया। इनू नंबर 1 दे दो, इनू नंबर 2। हुण अगला स्टेप की होगा किताशु सजल अपना। नेक्स्ट स्टेप की होगा अपना, ये तो अगला स्टेप अपना की हो सकता है। की करांगे सजल ऊपर वाली इक्वेशन में की कर देंगे। ऊपर वाली इक्वेशन ने तुसी कर देना पुट इनू आ जो भी फिर खत्म करिए इनू। आ दोनों वैल्यूज चक के आ उरे पुट कर देनी है। मैग्नीफाइंग पावर MO की वैल्यू कितनी आ -VO/UO ते ME की कितनी आ 1+D/FE। आ लो भी आ मैग्नीफाइंग पावर है कंपाउंड माइक्रोस्कोप की। किहदी आ कंपाउंड माइक्रोस्कोप की। इत्थे खत्म होंदी आ सारा माइक्रोस्कोप। एक बार सारी आ कैलकुलेशन देखो फिर अगे करिए। लागे पता सजल तेनू प्रबिंदर आह हर्ष हुण अगे देखियो। हुण ना नोट्स डिस्कशन है थोड़ी जी। हुण पहली डिस्कशन की है थोनू फाइनल इमेज की मिल रही है। और देखा थोनू की लगता है इत्थों दी फाइनल इमेज इन द एंड थोनू किहड़ी मिल रही है उल्ट मिल रही है। नैगेटिव साइन आया हुआ है, मतलब फाइनल इमेज थोड़ी इनवर्टिड है। फाइनल इमेज थोड़ी की है इनवर्टिड है क्योंकि थोड़े को नैगेटिव साइन आया हुआ है। इस करके पहली डिस्कशन च मैं कंप्लीट किया है कि जी इमेज बनूगी थोड़ी इमेज इज इनवर्टिड। आ याद रखियो कि ये कंपाउंड माइक्रोस्कोप से इमेज की बनती है
ਇਨਵਰਟਿਡ ਬਣਦੀ ਹੈ। ਕੀ ਬਣਦੀ ਹੈ? ਇਨਵਰਟਿਡ। ਚਲੋ ਵੀ ਹੁਣ ਦੂਜੀ ਡਿਸਕਸ਼ਨ ਦੇਖੋ ਪੁੱਤਰ ਇਹਦੀ। ਕਹਿੰਦੇ ਜਿਹੜਾ ਆਈਪੀਸ ਕੋਲ ਆਪਾਂ ਆਬਜੈਕਟ ਕੋਲ ਲੈਂਸ ਰੱਖਿਆ, ਉਹ ਆਬਜੈਕਟ ਰੱਖਿਆ ਸੀ, ਕਹਿੰਦੇ ਜੇ ਆਬਜੈਕਟ ਦੇ ਬਹੁਤ ਕੋਲ ਕਰਦੀ, ਆਪਾਂ ਲੈਂਸ ਦੇ ਬਹੁਤ ਕੋਲ ਕਰ ਦਈਏ ਤਾਂ ਉਸ ਕੇਸ 'ਚ UO ਅਪਰੋਕਸੀਮੇਟਲੀ ਇਕੁਅਲ ਟੂ ਕੀ ਹੋ ਜਾਊਗਾ? FO। UO ਕਿਹਦੇ ਅਪਰੋਕਸੀਮੇਟਲੀ ਇਕੁਅਲ ਟੂ ਹੋ ਜਾਊਗਾ? FO। ਕੀ ਡਿਸਕਸ਼ਨ ਦੇ ਵਿੱਚ ਕੀ ਹੈ? ਜੇ ਕਹਿੰਦੇ ਆਬਜੈਕਟ ਆਪਾਂ ਆਬਜੈਕਟਿਵ ਲੈਂਸ ਦੇ ਬਹੁਤ ਨੇੜੇ ਕਰਦੀ ਆ, ਉਸ ਕੇਸ ਦੇ ਵਿੱਚ UO ਅਪਰੋਕਸੀਮੇਟਲੀ ਕਿਹਦੇ ਇਕੁਅਲ ਹੋ ਜਾਊਗਾ? FO ਦੇ। ਤੇ ਅੱਗੇ ਸੁਣੋ, ਤੇ ਜਿਹੜੀ ਇਮੇਜ ਬਣੀ ਹੈ ਇਹਦੀ, ਉਹ ਆਈਪੀਸ ਦੇ ਬਹੁਤ ਨੇੜੇ ਬਣੇ। ਠੀਕ ਹੈ, ਆਈਪੀਸ ਦੇ ਕਿੱਥੇ ਬਣੇ? ਬਹੁਤ ਨੇੜੇ। ਤਾਂ ਉਸ ਕੇਸ 'ਚ ਮੈਨੂੰ ਦੱਸੋਗੇ VO ਕਿੰਨਾ ਹੋਊਗਾ? ਸੋਚ ਕੇ ਦੱਸਿਓ, ਸੋਚ ਕੇ ਦੱਸਿਓ VO ਕਿੰਨਾ ਹੋਊਗਾ। ਸੁਣਿਆ ਹੁਣ ਧਿਆਨ ਨਾਲ, ਡਿਸਕਸ਼ਨ ਨੰਬਰ 2 ਹੈ, ਪੇਪਰ 'ਚ ਇਹਦਾ ਪੁੱਛਿਆ ਜਾਊਗਾ, ਆਂਦਾ ਵੀ ਹੁੰਦਾ। ਦੇਖੋ ਆ ਡਿਸਕਸ਼ਨ ਕੀ ਹੈ। ਆਬਜੈਕਟ ਆਪਾਂ ਆਬਜੈਕਟਿਵ ਲੈਂਸ ਦੇ ਬਹੁਤ ਨੇੜੇ ਕਰਤਾ, UO ਨੂੰ ਆਪਾਂ FO ਮੰਨ ਲਿਆ। ਕੀ ਮੰਨ ਲਿਆ? FO। ਇਹਦੀ ਇਮੇਜ ਕੀ ਉਧਰ ਬਣਦੀ ਹੁੰਦੀ ਹੈ A' B'। ਕਹਿੰਦੇ ਇਹਦੀ ਇਮੇਜ A' B' ਉਧਰਲੇ ਲੈਂਸ ਦੇ ਬਹੁਤ ਨੇੜੇ ਚਲ ਗਈ, ਤੇ ਉਧਰਲਾ ਲੈਂਸ ਆਪਣੀ ਇਮੇਜ VE ਜਾਂ VO ਕਹਿ ਲਓ, ਠੀਕ ਹੈ, ਬਹੁਤ ਕੀ ਕਰਦਾ? ਕਿੱਥੇ ਬਣਾ ਦਿੰਦਾ? ਉਹ L ਤੇ ਬਣਾ ਦਿੰਦਾ। ਇਹਨੂੰ ਆਪਾਂ ਬੋਲਦੇ ਆ ਡਿਸਟੈਂਸ ਆਫ ਲੈਂਸ। ਕੀ ਬੋਲਦੇ ਆਪਾਂ? ਡਿਸਟੈਂਸ ਆਫ ਲੈਂਸ। ਯਾਦ ਰੱਖਣਾ ਇਹਦੀ ਇਮੇਜ ਉਧਰ ਕੀ ਬਣ ਜਾਂਦੀ ਹੈ? ਬਹੁਤ ਨੇੜੇ ਬਣ ਜਾਂਦੀ ਹੈ, ਜਿਹਨੂੰ ਆਪਾਂ ਬੋਲਦੇ ਡਿਸਟੈਂਸ ਆਫ ਲੈਂਸ। ਤਾਂ ਦੋਨਾਂ ਦੀ ਵੈਲਿਊਜ਼ ਪੁੱਤ ਨਿਕਲੀ ਆਈਆਂ, ਤੇ ਇੱਥੇ ਪੁੱਟ ਕਰ ਦੋ, ਤੇ ਆਨਸਰ ਕੀ ਆਊਗਾ? -L ਅਪੋਨ FO 1 + DFE। ਇਹ ਡਿਸਕਸ਼ਨ ਆਉਂਦੀ ਹੁੰਦੀ ਹੈ ਪੇਪਰ ਦੇ ਵਿੱਚ। ਤੁਹਾਨੂੰ ਕਹਿਣਗੇ ਕਿ ਜਿਹੜਾ ਆਬਜੈਕਟ ਹੈ ਆਪਾਂ ਆਬਜੈਕਟਿਵ ਲੈਂਸ ਦੇ ਬਹੁਤ ਨੇੜੇ ਕਰਤਾ, ਉਸ ਕੇਸ 'ਚ ਕੀ ਹੋਊਗਾ? ਆ ਇਹਦੇ ਅਪਰੋਕਸੀਮੇਟਲੀ ਇਕੁਅਲ ਟੂ ਹੋਊਗਾ, ਤੇ ਇਮੇਜ ਜਿਹੜੀ ਬਣੂਗੀ ਇਹਦੀ ਉਧਰ ਦੇ ਲੈਂਸ ਦੇ ਬਹੁਤ ਨੇੜੇ ਬਣਦੀ ਹੈ ਜਾ ਕੇ। ਠੀਕ ਹੈ, ਤਾਂ ਫਿਰ ਕਹਿੰਦੇ VO ਕੀ ਹੋਊਗਾ? L ਨੂੰ ਆਪਾਂ ਬੋਲਦੇ ਡਿਸਟੈਂਸ ਆਫ ਲੈਂਸ। ਠੀਕ ਹੈ, ਲੋ ਵੀ ਦੋਨੋਂ ਵੈਲਿਊਜ਼ ਪੁੱਟ ਕਰਤੀਆਂ, ਆ ਗਿਆ ਆਨਸਰ। ਪੂਰੇ ਆ ਖਤਮ ਹੁੰਦਾ। ਦੇਖੋ ਸਾਈਡ ਇੱਕ ਵਾਰ, L ਨੂੰ ਆਪਾਂ ਕੀ ਬੋਲਦੇ ਆ? L ਨੂੰ ਕੀ ਬੋਲਦੇ ਆ? ਸੋਚ ਕੇ ਦੱਸਿਓ। ਡਿਸਟੈਂਸ ਆਫ ਲੈਂਸਿਸ। ਧਿਆਨ ਨਾਲ ਦੇਖੋ, ਮੈਂ ਇੱਕ ਛੋਟੀ ਜਿਹੀ ਰਫ ਡਾਇਗਰਾਮ ਬਣਾ ਰਿਹਾ। ਆ ਆਬਜੈਕਟ ਸੀਗਾ, ਆਬਜੈਕਟਿਵ ਲੈਂਸ, ਆ ਸੀਗਾ ਆਈਪੀਸ। ਆਬਜੈਕਟ ਆਪਾਂ ਫੋਕਸ ਤੇ ਰੱਖਤਾ, ਠੀਕ ਹੈ। ਇਮੇਜ ਬਹੁਤ ਨੇੜੇ ਬਣ ਗਈ ਪੁੱਤਰ। ਇਮੇਜ ਕੀ ਬਣ ਗਈ? ਬਹੁਤ ਨੇੜੇ ਬਣ ਗਈ। ਆ ਦੇਖੋ ਉਰੇ, ਆ ਬਣ ਗਈ ਇਮੇਜ। ਇਹਦੇ ਲਈ ਆਹ ਆਬਜੈਕਟ ਹੈ, ਇਹਨੇ ਮੋੜ ਦੇਣਾ ਸੀਗਾ, ਆਪਾਂ ਪਿੱਛੇ ਇਮੇਜ ਕਰਾਇਆ। ਮਤਲਬ ਹਲੋ, ਦੋ ਲੈਂਸਿਸ ਵਿੱਚ ਜਿਹੜਾ ਡਿਸਟੈਂਸ ਹੁੰਦਾ ਨਾ, ਦੋ ਲੈਂਸਿਸ ਦੇ ਵਿੱਚ ਜਿਹੜਾ ਡਿਸਟੈਂਸ ਹੁੰਦਾ ਉਹਨੂੰ ਬੋਲਦੇ ਆਪਾਂ ਡਿਸਟੈਂਸ ਆਫ ਲੈਂਸ। ਕੀ ਬੋਲਦੇ ਆਪਾਂ ਉਹਨੂੰ? ਡਿਸਟੈਂਸ ਆਫ ਲੈਂਸ। ਧਿਆਨ ਨਾਲ ਦੇਖਿਓ ਆ ਕੇਸ ਕੀ ਹੋਇਆ। ਆਪਾਂ ਕੀ ਕੀਤਾ? ਆਬਜੈਕਟ ਨੂੰ ਬਹੁਤ ਨੇੜੇ ਕਰਤਾ ਇਸ ਲੈਂਸ ਦੇ, ਇਮੇਜ ਇਹਦੀ ਬਹੁਤ ਇਹਦੇ ਕੋਲ ਨੇੜੇ ਆ ਗਈ ਨੇੜੇ। ਤੇ ਜਿਹੜਾ ਇਹਦੇ ਲਈ ਆ ਆਬਜੈਕਟ ਹੈ ਨਾ, ਤਾਂ ਇਹਨੇ ਜਿਹੜੀ ਇਮੇਜ ਬਣਾਉਣੀ ਆ ਉਹ ਇਹਨੇ ਕੀ ਕਰਨਾ? ਕਿੱਥੇ ਬਣਾ ਦੇਣੀ ਹੈ? ਕਿੱਥੇ ਬਣਾ ਦੇਣੀ ਹੈ? ਡਿਸਟੈਂਸ ਬਿਟਵੀਨ ਦ ਟੂ ਲੈਂਸਿਸ, ਮਤਲਬ L। ਦੋਨੋਂ ਲੈਂਸ ਡਿਸਟੈਂਸ ਕੀ ਬੋਲਦੇ ਆਪਾਂ? L। ਆ ਕੇਸ ਹੈ, ਤਾਂ ਉਰੇ ਆ ਪੁੱਟ ਕੀਤਾ L ਆਪਾਂ। ਦੇਖੋ ਧਿਆਨ ਨਾਲ ਇਹਨੂੰ, ਹੋ ਗਿਆ क्लियर? किताशु, सजल, हर्ष, किताशु लग गया? बता। देखो पुत्र, दो ਲੈਂਸਿਸ ਦੇ ਆ ਡਿਸਕਸ਼ਨ ਦੇ ਵਿੱਚ ਕਿਆ ਕਹਿ ਰਹੇ ਨੇ ਉਹ, ਕਿ ਜਿਹੜਾ ਤੁਹਾਡਾ ਆਬਜੈਕਟ ਹੈ ਨਾ, ਉਹ ਮੈਂ ਇਸ ਲੈਂਸ ਦੇ ਬਹੁਤ ਨੇੜੇ ਕਰਤਾ, ਮਤਲਬ ਕਿ ਅਪਰੋਕਸੀਮੇਟਲੀ ਇਕੁਅਲ ਫੋਕਸ ਤੇ ਲਿਆਇਆ। ਇਹਨੇ ਜਾ ਕੇ ਪੂਰੇ ਮੀਟ ਕਰਤਾ। ਕਰੀਏ ਮੀਟ? ਲੋ ਵੀ ਮੀਟ ਹੋ ਗਈ। ਹੁਣ ਅੱਗੇ ਦੇਖੋ, ਮੀਟ ਕਰਨ ਤੋਂ ਬਾਅਦ ਇਹਦੇ ਲਈ ਤਾਂ ਆਬਜੈਕਟ ਹੋ ਗਿਆ, ਇਹਨੇ ਪਿੱਛੇ ਜਾ ਕੇ ਇਮੇਜ ਬਣਾਤੀ ਉਰੇ, ਮਤਲਬ ਕਿ ਆ ਡਿਸਟੈਂਸ ਤੇ ਦੋ ਲੈਂਸਿਸ ਦੇ ਵਿੱਚ ਜਿਹੜਾ ਡਿਸਟੈਂਸ ਹੁੰਦਾ ਉਹਨੂੰ ਪਤਾ ਡਿਸਟੈਂਸ ਆਫ ਲੈਂਸ L। ਤਾਂ ਫਿਰ ਆਪਾਂ VO ਦੀ ਜਗ੍ਹਾ L ਪੁੱਟ ਕੀਤਾ, ਉਹਦੇ ਕੀ ਪੁੱਟ ਕੀਤਾ? FO। ਤੇ ਆ ਲੋ ਵੀ ਬਸ ਸਿੰਪਲ ਜਿਹਾ ਦੋ ਕੇਸ ਕਰੇ ਆ ਕਿ VO ਦੀ ਜਗ੍ਹਾ L, ਇਹ ਜਗ੍ਹਾ ਆਹ। ਬਸ ਇੱਥੇ ਸਿੰਪਲ ਇੱਕ ਚੀਜ਼ ਯਾਦ ਰੱਖਿਓ, ਜਦੋਂ ਪੇਪਰ ਦੇ ਵਿੱਚ ਇੱਕ ਜਾਂ 2 ਨੰਬਰ 'ਚ ਆਊਗਾ ਕੁਐਸਚਨ ਕਿ ਆਬਜੈਕਟ ਨਾ ਜਿਹੜਾ ਆਬਜੈਕਟਿਵ ਲੈਂਸ ਦੇ ਕੋਲ ਰੱਖਿਆ ਹੋਇਆ ਬਹੁਤ,
ਤਾਂ ਦੱਸੋ ਉਹਦੀ ਮੈਗਨੀਫਾਈਂਗ ਪਾਵਰ ਕਿੰਨੀ ਹੋਊਗੀ। ਸਿੰਪਲ ਜਿਹਾ ਇੱਕ ਚੀਜ਼ ਕਰਨਾ, UO ਨੂੰ FO ਤੇ ਜਿਹੜਾ VO ਨੂੰ L, ਡਿਸਟੈਂਸ ਆਫ ਲੈਂਸ। 1-2 ਨੰਬਰ ਤੇ ਆਇਆ ਹੋਇਆ CBSE ਦੇ, ਸਿਰਫ ਇੰਨਾ ਕੁ ਪੁੱਛਿਆ ਉਹਨਾਂ ਨੇ ਤੇ ਇਹ ਮੈਂ ਕਵਰ ਕਰਤਾ ਡਿਸਕਸ਼ਨ ਦੇ ਵਿੱਚ ਕਿ ਯਾਦ ਰੱਖਿਓ। ਸਜਾ ਲੱਗਿਆ ਪਤਾ ਕੀ ਕਰਨਾ ਇਹ ਚ। ਚਲੋ ਵੀ ਇੱਥੋਂ ਆ ਜੀ ਯਾਰ ਰੱਖੋ ਬਸ, ਇਹਨੇ ਬਹੁਤ ਨੇੜੇ ਚੱਲ ਜਾਣਾ। ਬਹੁਤ ਨੇੜੇ ਕਹਿਣ ਦਾ ਮਤਲਬ ਕੀ ਹੈ, ਇਮੇਜ ਨੇ ਬਹੁਤ ਨੇੜੇ ਚੱਲ ਜਾਣਾ। ਅਪਰੋਕਸੀਮੇਟਲੀ ਇਹਦੇ ਵਿੱਚ ਚਿਪਕ ਹੀ ਗਿਆ। ਡਿਸਟੈਂਸ L ਹੀ ਹੈ ਤਾਂ ਕੀ ਪੁੱਟ ਕੀਤਾ ਆਪਾਂ VOL। ਯਾਦ ਰੱਖਣਾ ਜਿਹੜਾ ਨਾ ਆਬਜੈਕਟ ਹੈ ਨਾ ਇਹ ਨੇੜੇ ਆਇਆ, ਇਮੇਜ ਬਹੁਤ ਦੂਰ ਜਾ ਕੇ ਉਰੇ ਇਹਦੇ ਕੋਲ ਨੇੜੇ ਆ ਜਾਣੀ ਹੈ। ਅਪਰੋਕਸੀਮੇਟਲੀ ਇਹਦੇ ਕੋਲ ਹੀ ਪਹੁੰਚ ਜਾਣਾ ਉਹਨੇ। ਤਾਂ ਡਿਸਟੈਂਸ ਕਿੰਨਾ, ਇਹਨੂੰ ਕੀ ਬੋਲਦੇ L। ਇਮੇਜ ਡਿਸਟੈਂਸ ਕਿੰਨਾ ਹੋ ਗਿਆ L, ਉਹ L ਪੁੱਟ ਕੀਤਾ। ਕਿਤਾਸ਼ੂ ਤੈਨੂੰ ਲੱਗਿਆ ਪਤਾ ਆ ਚੀਜ਼ ਕਿਤਾਸ਼ੂ? ਠੀਕ ਹੈ, ਮਤਲਬ ਕਿ ਇੰਨੀ ਨੇੜੇ ਆ ਗਈ ਇਸ ਲੈਂਸ ਦੇ, ਇੰਨੀ ਨੇੜੇ ਆ ਗਈ ਕਿ ਆਹ ਡਿਸਟੈਂਸ ਨੂੰ ਆਪਾਂ ਕੀ ਬੋਲਦੇ ਹਾਂ L ਬੋਲ ਦਿੰਦੇ ਆ। ਤਾਂ L ਕਹਿਤਾ, ਇੱਥੇ ਆ ਡਿਸਕਸ਼ਨ ਖਤਮ ਹੋ ਗਈ। ਹੁਣ ਅੱਗੇ ਦੇਖਿਓ ਨੈਕਸਟ ਇਹਦੇ ਵਿੱਚ। ਹੁਣ ਤੁਸੀਂ ਦੱਸਣਾ ਮੈਨੂੰ, ਜੇਕਰ ਆਪਾਂ ਇਮੇਜ ਇਨਫਿਨਿਟੀ ਤੇ ਬਣਾਉਣੀ ਹੋਗੀ ਤਾਂ ਕੀ ਕਰਾਂਗੇ। ਚਲੋ ਵੀ ਸਜਲ, ਹਰਸ਼, ਕਿਤਾਸ਼ੂ, ਜੇ ਇਮੇਜ ਇਨਫਿਨਿਟੀ ਤੇ ਬਣਾਉਣੀ ਹੈ ਤਾਂ ਕੀ ਕਰਾਂਗੇ ਆਪਾਂ। ਆਬਜੈਕਟ ਨੂੰ ਕਿੱਥੇ ਰੱਖ ਦਾਂਗੇ, ਫੋਕਸ। ਚਲੋ ਵੀ ਹੁਣ ਕਰੀਏ ਉਹ ਵਾਲਾ ਕੇਸ, ਕਈ ਵਾਰ ਪੇਪਰ 'ਚ ਆ ਵੀ ਆਉਂਦਾ ਹੁੰਦਾ। ਆ ਕਰਨ ਲੱਗਿਆ ਰੇਸ ਮੈਂ। ਕਹਿੰਦੇ ਹੁਣ ਕੰਪਾਊਂਡ ਮਾਈਕਰੋਸਕੋਪ ਦਾ ਸਪੈਸ਼ਲ ਕੇਸ ਹੈ। ਕਹਿੰਦੇ ਜੇਕਰ ਤੁਸੀਂ ਇਮੇਜ ਇਨਫਿਨਿਟੀ ਤੇ ਬਣਾਉਣੀ ਹੈ, ਸਿੰਪਲ ਜਿਹਾ ਇਹਦਾ ਫੰਡਾ ਇੱਕ, ਜੇ ਇਮੇਜ ਇਨਫਿਨਿਟੀ ਤੇ ਬਣਾਉਣੀ ਹੁੰਦੀ ਹੈ ਆਬਜੈਕਟ ਫੋਕਸ ਤੇ ਰੱਖਣਾ ਹੁੰਦਾ। ਠੀਕ ਹੈ, ਆਬਜੈਕਟ ਨੂੰ ਕਿੱਥੇ ਰੱਖੋਗੇ, ਫੋਕਸ ਤੇ। ਪਹਿਲਾਂ ਤਾਂ ਮੈਗਨੀਫਾਈਂਗ ਪਾਵਰ ਦਾ ਕੰਮ ਨਿਬੇੜਦੀ ਹੈ। ਮੈਗਨੀਫਾਈਂਗ ਪਾਵਰ ਕੀ ਹੈ ਕੰਪਾਊਂਡ ਮਾਈਕਰੋਸਕੋਪ ਦੀ, MO ਇੰਟੂ ਅੱਗੇ ਕੀ ਹੁੰਦਾ, MO ਇੰਟੂ ਕੀ ਹੁੰਦਾ ਹਰਸ਼, MO ਇੰਟੂ ME। ਚਲੋ ਵੀ ਕਰੀਏ ਹੁਣ। MO ਦੀ ਵੈਲਿਊ ਤਾਂ ਫਿਕਸ ਸੀ ਪੁੱਤ, ਕਿੰਨੀ ਸੀਗੀ, VO ਅਪੋਨ UO ਮਾਈਨਸ। ਲੋ ਵੀ ਹੁਣ ਕਿਤਾਸ਼ੂ ਸੋਚ ਕੇ ਦੱਸੀ ME ਦੀ ਵੈਲਿਊ ਕਿਆ ਹੋਊਗੀ। ਆਬਜੈਕਟ ਇੱਥੇ ਫੋਕਸ ਤੇ ਪਿਆ, ME ਦੀ ਵੈਲਿਊ ਕਿਆ ਹੋਊਗੀ, what is the value of ME। ਸੋਚ ਕੇ ਦੱਸੋ। ਜਦੋਂ ਮੈਂ ਸਿੰਪਲ ਮਾਈਕਰੋਸਕੋਪ ਕਰਾਇਆ ਸੀਗਾ, ਤੁਹਾਨੂੰ ਕੇਸ ਕਰਾਇਆ ਸੀਗਾ ਕਿ ਮੈਗਨੀਫਿਕੇਸ਼ਨ ਕਿੰਨੀ ਹੋਊਗੀ ਉਸ ਕੇਸ ਦੇ ਵਿੱਚ ਜਦੋਂ ਫੋਕਸ ਤੇ ਪਿਆ ਹੋਊਗਾ ਆਬਜੈਕਟ। ਯਾਦ ਕਰਾਵਾਂ ਆਹ ਵਾਲਾ, ਨੋਟਸ ਦੇ ਵਿੱਚ ਵੀ ਦੇਖਿਓ, ਪਿਛਲੇ ਲੈਕਚਰ 'ਚ ਵੀ ਕਰਵਾਇਆ ਸੀਗਾ। ਜਦੋਂ ਫੋਕਸ ਤੇ ਪਿਆ ਹੈ ਆਬਜੈਕਟ ਤਾਂ ਮੈਗਨੀਫਿਕੇਸ਼ਨ ਪਾਵਰ ਆ ਹੁੰਦੀ ਹੈ, ਆ ਨਹੀਂ ਹੁੰਦੀ 1/d/f, ਆ ਹੁੰਦੀ ਹੈ। ਯਾਦ ਹੋ ਗਿਆ। ਹੁਣ ਦੋਨੋਂ ਵੈਲਿਊਸ ਆ ਗਈਆਂ, ਇਹ ਦੋਨੋਂ ਵੈਲਿਊਸ ਚੱਕ ਕੇ ਇੱਥੇ ਪੁੱਟ ਕਰੋ। ਲੋ ਵੀ V/UO ਇੰਟੂ D/FE ਆ ਗਈ ਮੈਗਨੀਫਾਈਂਗ ਪਾਵਰ। ਸਪੈਸ਼ਲ ਕੇਸ ਕੀ ਹੈ ਇਹਦਾ, ਸਪੈਸ਼ਲ ਕੇਸ ਕਿਵੇਂ ਆ, ਮਤਲਬ ਕਿ ਉਰੇ ਕਹਿ ਰਹੇ ਹੋ ਸਪੈਸ਼ਲੀ ਕਿਉਂਕਿ ਉਹ ਇਮੇਜ ਇਨਫਿਨਿਟੀ ਤੇ ਰੱਖੀ ਹੋਈ ਹੈ। ਇਮੇਜ ਇਨਫਿਨਿਟੀ ਤੇ ਬਣ ਰਹੀ ਹੈ ਤਾਂ ਫਿਰ ਆਬਜੈਕਟ ਫੋਕਸ ਤੇ ਰੱਖਣਾ ਪੈਣਾ ਤੁਹਾਨੂੰ। ਆਬਜੈਕਟ ਕਿੱਥੇ ਰੱਖਣਾ ਪੈਣਾ, ਫੋਕਸ ਤੇ। ਲੱਗਿਆ ਪਤਾ ਸਜਲ, हर्ष, किताशु? 2 मिनट ब्लर हो गया, की हो गया 2 मिनट रुको। लग गया पता किताशु की किता इत्थे आपां? बस कंसैप्ट ये याद रखना है, स्पैशल केस है कंपाउंड माइक्रोस्कोप का। कह की रहे ने कि इमेज इनफिनिटी ते है, इमेज इनफिनिटी तद ही बनती होंगी जो ऑब्जेक्ट फोकस ते पिया होवे। आपां हुणे हुणे करके आए मैग्नीफाइंग पावर इहदे इक्वल होंदी है, ठीक है। तो फिर MO = V/UO आ भी हो गया। चलो भी हुण पिछे भी करके आए आपां, जे फोकस ते पिया होवे तां आ लो भी, ठीक है। आ गया आंसर। ਹੁਣ ਇਹਦੀ ਡਾਇਗਰਾਮ ਵੀ ਬਣਾਣੀ ਹੈ ਪੁੱਤਰ ਆਪਾਂ। ਚਲੋ ਵੀ
क्योंकि पेपर ਦੇ ਵਿੱਚ ਕਈ ਵਾਰ ਡਾਇਗਰਾਮ ਵੀ ਪੁੱਛਣਗੇ ਵੀ ਇਮੇਜ ਇਨਫਿਨਿਟੀ ਤੇ ਬਣਾ ਕੇ ਦਿਖਾਓ ਸਾਨੂੰ। ਚਲੋ ਵੀ ਬਣਾਈਏ ਦੀ ਡਾਇਗਰਾਮ। ਲੋ ਵੀ ਇੱਥੇ ਵੀ ਦੋ ਲੈਂਸ, ਇੱਥੇ ਵੀ ਕੀ ਹੋਣਗੇ, ਦੋ ਲੈਂਸ ਹੋਣਗੇ। ਪਹਿਲਾ ਲੈਂਸ ਇੱਧਰ, ਆ ਕਿਹੜਾ ਲੈਂਸ ਹੈ, ऑब्जेक्टिव लेंस, ठीक है। आ गया था फोकस, इधर ही फोकस होगा। किथे रखना ऑब्जेक्ट आप किताशू ਇਹਦੇ ਵਿੱਚ ऑब्जेक्ट ਨੂੰ किथे रखना सी ਆਪਾਂ एट फोकस होना चाहिए। दसो फिर ऑब्जेक्ट किथे रखना, इनफिनिटी ਤੇ ਇਮੇਜ ਚਾਹੀਦੀ ਹੈ। ਹੁਣ ਕਿਰਪਾ ਕਰਕੇ ਇੱਕ ਕੰਮ ਕਰਿਓ, ਇਹਦੇ ਤੇ ਨਾ ਰੱਖ ਦਿਓ ਪੁੱਤਰ, ਇਹਦੇ ਤੇ ਨਾ ਰੱਖ ਦਿਓ, ਥੋੜਾ ਜਿਹਾ ਪਿੱਛੇ ਰੱਖਿਓ। लो भी गया, ਇਹਦੇ ਫੋਕਸ ਤੇ ਮੀਟ ਕਰਿਆ। ਪੁੱਤ ਇਹਦੇ ਫੋਕਸ 'ਚ ਹੀ ਰੱਖਣਾ, ਆਪਾਂ ਉਹਦੇ ਫੋਕਸ ਤੇ ਰੱਖਣਾ ऑब्जेक्ट। ਆ ਲੋ ਵੀ, ਇਹ ਤਾਂ ਉਵੇਂ ਹੀ ਮੀਟ ਕਰ ਗਿਆ, ਆ ਤਾਂ ਉਵੇਂ ਹੀ ਮੀਟ ਕਰੂਗਾ। ਹੁਣ ਆ ਜਾਓ ਆਪਾਂ ਦੂਜਾ ਲੈਂਸ ਬਣਾਉਣਾ। ਹੁਣ ਧਿਆਨ ਨਾਲ ਦੂਜੇ ਲੈਂਸ ਵਾਲੇ ਕੇਸ 'ਚ ਦੇਖਿਓ ਕੀ ਹੋਣਾ। ਆ ਆਪਣੇ ਕੋਲ ਆ ਗਿਆ आई पीस, ठीक है। ਇਹਦਾ ਆ ਗਿਆ ਪਤਾ फोकस। इस तरह सैटल करना है कि ਜਿਹੜੀ ਆ ਇਮੇਜ ਬਣੀ ਹੈ ਨਾ ਇਹਦੇ ਲਈ ਤਾਂ ऑब्जेक्ट ਆ, ਇਹ ऑब्जेक्ट ਇਹਦੇ फोकस ਤੇ ਆ ਜਾਵੇ। ਕਿਤੇ ਆ ਜਾਵੇ ਕਿਤਾਸ਼ੂ ਸਜਲ, फोकस ਤੇ ਆ ਜਾਵੇ। ਹੁਣ ਚਲੋ ਵੀ ਇੱਕ ਸਿੱਧੀ ਰੇ ਗਈ, ਇਹਦੇ ਦੂਜੇ फोकस 'ਚ ਨਿਕਲ ਜੂਗੀ, ਦੂਸਰੀ ਰੇ ਸੈਂਟਰ ਆਫ ਕਰਵੇਚਰ ऑप्टिकल सेंटर 'ਚ ਨਿਕਲ ਜੂਗੀ। ਇਹਨੂੰ ਕਿਤੇ ਪਿੱਛੇ ਕਰ ਲਿਆ ਆਪਾਂ, ਲੋਕ मीट नहीं कर रही, किते इमेज कितने बन रही है एट इनफिनिटी। बस आ बना के आना केस होते। सिर्फ बच्चे की करते हैं उरे फोकस से रखी जाते हैं, उरे तो फोकस की लोड़ ही है नहीं, फोकस तो उरे रखना तुसीं ताकि इन्हें इमेज इनफिनिटी ते बनावे। आ इमेज तद ही इनफिनिटी ते बनाऊंगा जिहड़ा इहदा ऑब्जेक्ट कित्थे पिया होवे, फोकस ते पिया होवे, इहदे FO ते। देखो सारा आ डायग्राम लग्या पता किताशू सजल हर्ष, ਇਹਦੇ ਵਿੱਚ ਹੋਣਾ ਕੀ ਹੈ ਸਜਲ, ਤੈਨੂੰ ਲੱਗ ਗਿਆ ਪਤਾ? ਹਰਸ਼ ਤੈਨੂੰ ਇਹਦੇ ਵਿੱਚ ਇੱਕ ਯਾਦ ਰੱਖਿਓ ਚੀਜ਼ ਕਿ ਆਈ ਪੀਸ ਦੇ ਫੋਕਸ ਤੇ ਰੱਖਣਾ ਹੈ, ਨਾ ਕਿ ਆਬਜੈਕਟਿਵ ਦੇ। ਆਈ ਪੀਸ ਦੇ ਆ ਤਾਂ ਆਪਣੇ ਕੋਲ ਆਬਜੈਕਟਿਵ ਲੈਂਸ ਹੈ, ਠੀਕ ਹੈ। ਆ ਹੈਗਾ ਆਈ ਪੀਸ। ਇਮੇਜ ਆਪਾਂ ਨੂੰ ਇਨਫਿਨਿਟੀ ਤੇ ਚਾਹੀਦੀ ਹੈ, ਤਾਂ ਆਪਾਂ ਨੇ ਆਬਜੈਕਟ ਕਿੱਥੇ ਰੱਖਣਾ ਹੈ, ਇਹਦੇ ਫੋਕਸ ਤੇ ਰੱਖਣਾ। ਯਾਦ ਰੱਖਿਓ ਆਈ ਪੀਸ ਦੇ ਫੋਕਸ ਤੇ। ਆ ਡਾਇਗਰਾਮ ਪੇਪਰ 'ਚ ਬਣਾ ਕੇ ਆਣੀ ਹੈ ਜੇ ਉਹਨਾਂ ਨੇ ਸਪੈਸ਼ਲ ਕੇਸ ਪੁੱਛਿਆ ਹੋਇਆ। ਇੱਥੇ ਆਪਣਾ ਕੰਪਾਊਂਡ ਮਾਈਕਰੋਸਕੋਪ ਸਾਰਾ ਖਤਮ ਹੋ ਗਿਆ। ਕਿਹੜਾ ਕੰਪਾਊਂਡ ਮਾਈਕਰੋਸਕੋਪ? ਦੇਖੋ ਵੀ ਇੱਕ ਵਾਰ ਦੇਖ ਲਓ ਡਾਇਗਰਾਮ, ਫਿਰ ਮੈਂ ਅੱਗੇ ਖਤਮ ਕਰਾਂ ਇਹਨੂੰ। लग गया पता? करदा है रेस? चलो भी हुण अपने को अगला टॉपिक है एस्ट्रोनॉमिकल टेलीस्कोप। एस्ट्रोनॉमिकल टेलीस्कोप पहले तो दसो टेलीस्कोप करता क्या की करता है? इमेज ਨੂੰ मैग्नीफाई करता है या शॉर्ट करता है? मैग्नीफाई। टेलीस्कोप करता की होता है? मैग्नीफाई, ठीक है। की पॉइंट्स देखो ये जो याद करोगे रखोगे तो ही आर्टिकल याद होगा। की पॉइंट्स की ने
सब तो पहला की पॉइंट ਇਹਦਾ ਇਹਦੇ ਵਿੱਚ ਯਾਦ ਰੱਖਣਾ ਇਹਦੇ ਵਿੱਚ ਵੀ ਦੋ ਲੈਂਸ ਹੋਣਗੇ ਆਈਪੀਸ ਇੱਕ ਹੋਊਗਾ ਆਬਜੈਕਟਿਵ ਇੱਕ ਆਈਪੀਸ ਹੈ ਪੁੱਤ ਦੂਜਾ ਕਿਹੜਾ ਹੈ ਆਬਜੈਕਟਿਵ ਹੈ ਇੱਥੇ ਉਲਟ ਹੈ सेम आईडी ਤੇ ज्वाइन करो सारे जाने ਜਦੋਂ क्लास खत्म हो जूगी ਆਈਪੀਸ ਹੈ ਇੱਕ ਹੈਗਾ ਆਬਜੈਕਟਿਵ ठीक है ਧਿਆਨ ਨਾਲ ਯਾਦ ਰੱਖਿਓ ਆਈਪੀਸ ਇਹਦੇ ਵਿੱਚ ਕੀ ਹੈ ਛੋਟਾ ਹੈ ਆਬਜੈਕਟਿਵ ਬੜਾ ਹੈ ਆ ਸਮਾਲ ਲੈਂਸ ਹੈ ਆਈਪੀਸ क्या है स्मॉल लेंस ਤੇ ਆਬਜੈਕਟਿਵ ਕੀ ਹੈ ਬਿਗ ਲੈਂਸ ठीक है ਇਹਦੀ ਫੋਕਲ ਲੈਂਥ क्या होगी ਘੱਟ होगी स्मॉल फोकल लेंथ ਇਹਦੀ ਕੀ होगी स्मॉल फोकल लेंथ ऑब्जेक्टिव दी क्या होगी लार्ज फोकल लेंथ ये की पॉइंट्स याद रखो पेपर च सौखा होगा बनाना की पॉइंट्स की है दो लेंसिस है एक हैगा आईपीस एक हैगा ऑब्जेक्टिव आईपीस की है स्मॉल लेंस है ऑब्जेक्टिव की है लार्ज बिग लेंस है ओदी फोकल लेंथ भी घट है फोकल लेंथ भी ज़्यादा दोनों पॉइंट लगे पता प्रबिंदर निंदर की ने ਹੁਣ ਆ ਜਾਓ ਨੈਕਸਟ ਦੇਖਿਓ ਇਹਦੇ ਵਿੱਚ ਹੁਣ ਕਹਿੰਦੇ ਹੁਣ ਇੱਕ ਚੀਜ਼ ਤਾਂ ਪਤਾ ਹੈ ਟੈਲੀਸਕੋਪ ਨੂੰ ਆਪਾਂ ਇਹਦਾ ਨਾਮ ਕੀ ਹੈ ਐਸਟਰੋਨੋਮਿਕਲ ਟੈਲੀਸਕੋਪ ਮਤਲਬ ਐਸਟਰੋਨੋਮਿਕਲ ਆਬਜੈਕਟ ਤੋਂ ਲਾਈਟ ਆ ਰਹੀ ਹੈ ਤਾਂ ਮੈਨੂੰ ਦੱਸ ਸਕਦੇ ਹੋ ਆਬਜੈਕਟ ਕਿੱਥੇ ਹੋਊਗਾ ਇਹਦੇ ਲਈ ਆਬਜੈਕਟ ਨੂੰ ਕਿੱਥੇ ਮੰਨਾਂਗੇ ਆਪਾਂ ਸੋਚ ਕੇ ਦੱਸੋ ਸੋਚ ਕੇ ਐਸਟਰੋਨੋਮਿਕਲ ਇਹਦਾ ਨਾਮ ਹੈ ਲਾਈਟ ਐਸਟਰੋਨੋਮਿਕਲ ਆਬਜੈਕਟਸ ਤੋਂ ਆ ਰਹੀ ਹੈ तो ये लिए ऑब्जेक्ट आप कितने मन के चलिए ऑब्जेक्ट डिस्टेंस की मनांगे सोच के दस्यो किताशु इनफिनिटी वेरी गुड की कितने मनांगे इनफिनिटी ते जे थोनों आ पता लग गया सारा आ टैलीस्कोप ही हो गया मतलब लो भी थोनों आ क्लीयर हो गया इस बार रेस कितों आ रही है इनफिनिटी तो आ रही ने ऑब्जेक्ट इनफिनिटी ते है बनाइए दो लेंस आ पहला लेंस ਵੱਡਾ ਬਣਾਣਾ ਇਹ ਬਣਾਣਾ ਆਪਾਂ ਦੂਜਾ ਆਪਾਂ ਛੋਟਾ ਹਾਸ਼ਾ ਕਿਹੜਾ ਲੈਂਸ ਹੈ ਕਿਹੜਾ ਲੈਂਸ ਆ ਬੜਾ ਲੈਂਸ ਕਿਹੜਾ ਇਹਦੇ ਵਿੱਚ ਆਬਜੈਕਟਿਵ ਆ ਆਪਣੇ ਕੋਲ ਆਬਜੈਕਟਿਵ ਲੈਂਸ ਹੈ ਕਿਹੜਾ ਲੈਂਸ ਆਪਣੇ ਕੋਲ ਆਬਜੈਕਟਿਵ ਲੈਂਸ ਆ ਆਪਣੇ ਕੋਲ ਹੈਗਾ ਆਈਪੀਸ ਸੈਕਿੰਡ ਆਪਣੇ ਕੋਲ ਹੈਗਾ ਆਈਪੀਸ ਲੋ ਵੀ ਬਣਾਈਏ ਹੁਣ ਇਸ ਵਾਰ ਰੇਸ ਕਿੱਥੋਂ ਆ ਰਹੀ ਹੈ ਪਤਾ ਇਨਫਿਨਿਟੀ ਤੋਂ ਆ ਰਹੀ ਹੈ ਲੋ ਵੀ ਹੁਣ ਐਸਟਰੋਨੋਮਿਕਲ ਟੈਲੀਸਕੋਪ ਇਹ ਤਾਂ ਐਸਟਰੋਨੋਮਿਕਲ ਆਬਜੈਕਟ ਪਏ ਨਹੀਂ ਹੋਣਗੇ ਉੱਪਰ ਹੋਣਗੇ ਤਾਂ ਇੱਥੋਂ ਤੇ ਆਊਗੀ ਦੇਖੋ ਧਿਆਨ ਨਾਲ ਆ ਰਹੀਆਂ ਨੇ ਲੋ ਵੀ ਹੁਣ ਅੱਗੇ ਜਾ ਕੇ ਦੱਸੋ ਕੀ ਹੋਊਗਾ ਇਸ ਸਟੈਪ ਤੇ ਅੱਗੇ ਕੀ ਹੋਊਗਾ ਇੱਥੇ ਸੋਚ ਕੇ ਦੱਸਿਓ जब इनफिनिटी ते आंदी होंदी इमेज तो ऑब्जेक्ट कित्थे मीट कर जांदी होंदी है फोकस तो हुण आ बड़ा लेंस है इहदा फोकस की हो गया उरे FO ये छोटा है इहदा भी फोकस हो रही है पुत्र दोनों का फोकस इकट्ठा ही है इहदी बड़ी फोकल लेंथ है इहदी छोटी है क्यों तुहानूं पहले क्लीयर कर चुकिया मैं कि इस लेंस की फोकल लेंथ की होगी छोटी इहदी होगी बड़ी इहदी बड़ी दिखा रहा है इहदी छोटी दिखा रहा है दोनों का फोकस सेम ही है दोनों लेंसिस के फोकस सेम ही होंगे याद रखियो हमेशा लो भी इन्हें की है कन्वैक्स लेंस है कन्वर्ज कर दूगा लो भी पता इत्थे कन्वर्ज कर देना तीजी रे दसो फिर हम दो बनातियां थर्ड 2 मिनट गलत कर दी गलत रुको कित्थे गया वो डस्टर 2 मिनट फोकस ते नहीं बनूगी फोकस ते थल्ले मीट करूगी रुको पहली रे आई सेकंड रे आई थर्ड रे आई ठीक है आ फोकस है कन्वर्ज कर